ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨ, ਅਜਿਹੀ ਮੇਰੀ ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ। ਗ੍ਰਹਿਆਂ ਦੀ ਚਾਲ ਵੱਲ ਤੱਕਦੇ ਰਹੋ। ਕਿਉਂ ਤੱਕਣਾ ਹੈ? ਰੋਜ਼ ਆਖਦਾ ਮੈਂ, ਸਵਾਲ ਤੇ ਜਵਾਬ। ਤੱਕਦੇ ਰਹੋ ਮੇਰੀ ਪ੍ਰਾਰਥਨਾ। ਕਿਉਂ ਤੱਕਣਾ ਹੈ? ਦੁੱਖਾਂ ਤੋਂ ਬਚਣ ਵਾਸਤੇ, ਧਨ ਦੇ ਨੁਕਸਾਨ ਤੋਂ ਬਚਣ ਵਾਸਤੇ, ਸ਼ੋਹਰਤ ਦੇ ਵਿਗਾੜ ਤੋਂ ਬਚਣ ਵਾਸਤੇ, ਸਿੰਘਾਸਨ ਖਾਲੀ ਹੋ ਜਾਵੇ ਉਸ ਤੋਂ ਬਚਣ ਵਾਸਤੇ, ਸੰਤਾਨ ਬੇਕਦਰਾ ਕਰ ਦੇਵੇ ਉਸ ਤੋਂ ਬਚਣ ਵਾਸਤੇ, ਰੋਗ ਤੋਂ ਮੁਕਤ ਹੋਣ ਵਾਸਤੇ, ਡੁੱਬਿਆ ਧਨ ਵਾਪਿਸ ਆ ਜਾਵੇ ਉਸ ਵਾਸਤੇ ਇਸ ਪ੍ਰਾਰਥਨਾ ਨੂੰ ਪੱਲੇ ਬੰਨ ਲਓ। ਪੱਲੇ ਬੰਨ ਲਓ ਇਸ ਪ੍ਰਾਰਥਨਾ ਨੂੰ। ਫਿਰ ਜਨਮ ਕੁੰਡਲੀ ਦੇ ਵਿੱਚ ਪਿਛਲੇ ਜਨਮ ਦੇ ਕਰਮਾਂ ਅਨੁਸਾਰ ਆਪਾਂ ਨੂੰ ਸਾਰਾ ਕੁਝ ਮਿਲਦਾ ਹੈ। ਫਿਰ ਖੋਇਆ ਵੀ ਉਦੋਂ ਜਾਂਦਾ ਹੈ। ਫਿਰ ਪਛਤਾਵਾ ਕਿਸ ਚੀਜ਼ ਦਾ? ਇੱਕ ਚੀਜ਼ ਤੇ ਅਟਲ ਨਾ ਰਹੋ। ਈਸ਼ਵਰ ਦੇ ਸਨੇਹ ਪ੍ਰਾਪਤ ਕਰੋ ਤੇ ਉਸ ਦੇ ਮੁਤਾਬਕ ਚੱਲਣ ਦਾ ਪ੍ਰਯਾਸ ਕਰੋ। ਈਸ਼ਵਰ ਤੁਹਾਨੂੰ ਕਈ ਵਾਰ ਸੁਪਨੇ ਵਿੱਚ, ਕਈ ਵਾਰ ਕਿਸੇ ਸੱਜਣ ਦੇ ਜ਼ਰੀਏ, ਕਦੇ ਭੈਣ ਭਰਾ, ਉਸ ਦੇ ਜ਼ਰੀਏ ਕੁਝ ਨਿਰਦੇਸ਼ ਦਿੰਦੇ ਹਨ। ਉਸ ਨਿਰਦੇਸ਼ ਨੂੰ ਸਵੀਕਾਰ ਕਰੋ। ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ। ਮੈਂ ਤੁਹਾਡੇ ਨਾਲ ਨਾਗਾਂ ਦੀ ਤਾਕਤ ਦੀ ਗੱਲ ਕਰਦਾ ਆ ਰਿਹਾ। ਅੱਜ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਸੱਜਣਾਂ ਨੂੰ ਸੁਨੇਹਾ ਦੇਣਾ ਚਾਹਾਂਗਾ ਜਿਨ੍ਹਾਂ ਤੇ ਮਹਾਦਸ਼ਾ ਰਾਹੂ ਦੀ, ਜਿਨ੍ਹਾਂ ਤੇ ਮਹਾਦਸ਼ਾ ਕੇਤੂ ਦੀ, ਅੰਤਰ ਦਸ਼ਾ, ਪ੍ਰਤਿਅੰਤਰ, ਸੂਖਸ਼ਮ ਦਸ਼ਾ, ਇਹ ਵੀ ਇਹਨਾਂ ਦੀਆਂ, ਜਿਨ੍ਹਾਂ ਤੇ ਮਹਾਦਸ਼ਾ ਸ਼ਨੀਦੇਵ ਦੀ, ਜਿਨ੍ਹਾਂ ਤੇ ਮਹਾਦਸ਼ਾ ਰਾਹੂ ਦੀ, ਅੰਤਰ ਦਸ਼ਾ ਕੇਤੂ ਦੀ। ਕਿੰਨਾ ਪ੍ਰਭਾਵੀ ਇਹ ਸੱਪ ਹੋਵੇਗਾ ਜਿਸ ਨੇ ਆਪਣਾ ਸਿੰਘਾਸਨ ਵੀ ਸੰਭਾਲਿਆ ਤੇ ਆਪਣੇ ਇਸ਼ਾਰੇ ਵੀ ਕੇਤੂ ਦੇ ਜ਼ਰੀਏ ਸੰਭਾਲ ਲਏ, ਪ੍ਰਸ਼ਾਸਨ ਦੇ ਵਿੱਚ ਪੂਰਾ ਕਬਜ਼ਾ ਕਰ ਲਿਆ। ਫਿਰ ਰਾਹੂ ਤੇ ਕੇਤੂ ਦੀ ਚੱਲਣ ਲੱਗ ਪਈ ਤੁਹਾਡੀ ਜ਼ਿੰਦਗੀ ਵਿੱਚ। ਜਦੋਂ ਰਾਹੂ ਤੇ ਮਹਾਦਸ਼ਾ, ਅੰਤਰ ਦਸ਼ਾ ਕੇਤੂ ਦੀ, ਤੁਸੀਂ ਲਾਪਰਵਾਹ ਹੋ ਗਏ। ਲਪੇਟ ਲਿਆ ਕਿਸੇ ਚੀਜ਼ ਨੇ, ਤੁਹਾਨੂੰ ਨਿਚੋੜ ਕੇ ਰੱਖ ਦਿੱਤਾ ਤੁਹਾਨੂੰ, ਫਿਰ ਵੀ ਤੁਸੀਂ ਸਮਝ ਵਿੱਚ ਨਹੀਂ ਆਏ। ਤੁਸੀਂ ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ? ਅਭਿਮਾਨ ਨੇ ਤੁਹਾਨੂੰ ਖਾਧਾ ਪਿਆ। ਆਪਣੇ ਅਹਮ ਤੇ ਅਹੰਕਾਰ, ਉਸ ਵਿੱਚ ਨਾ ਜਾਓ। ਬਸ ਡਾਊਨ ਟੂ ਦੀ ਅਰਥ, ਧਰਤੀ ਵੱਲ ਵੇਖਦੇ ਹੋਏ, ਪਾਣੀ ਨੂੰ ਛਾਣ ਕੇ, ਈਸ਼ਵਰ ਦਾ ਉੱਚਾ ਧਿਆਨ ਕਰਦੇ ਹੋਏ ਜ਼ਿੰਦਗੀ ਨੂੰ ਗੁਜ਼ਾਰਨ ਦਾ ਪ੍ਰਯਾਸ ਕਰੋ। ਤੁਸੀਂ ਵਿਸ਼ੇਸ਼ ਤੌਰ ਤੇ ਕੁਝ ਗੱਲਾਂ ਦੇ ਵਿੱਚ ਉਧੇੜੇ ਗਏ ਹੋ। ਕਿਵੇਂ ਉਧੇੜੇ ਗਏ ਤੁਸੀਂ? ਉਸ ਗੱਲ ਦਾ ਧਿਆਨ ਕਰੋ। ਸਮਝੋ ਤੁਹਾਡੇ ਧਨ ਦਾ ਲਗਾਤਾਰ ਨੁਕਸਾਨ ਹੁੰਦਾ ਜਾ ਰਿਹਾ ਹੈ, ਲਗਾਤਾਰ। ਫਿਰ ਤੁਸੀਂ ਉਸ ਧਨ ਦੇ ਦਾਇਰੇ ਦੇ ਵਿੱਚ ਕਿਸੇ ਕੇਸ ਵਿੱਚ ਲਿਪਟ ਗਏ। ਤੁਹਾਡੇ ਤੇ ਇਕੱਠਾ ਕੀਤਾ ਹੋਇਆ ਧਨ ਬਿਖਰਨਾ ਸ਼ੁਰੂ ਹੋ ਗਿਆ। ਤੁਸੀਂ ਉਸ ਸੱਪ ਨੂੰ ਪਹਿਚਾਨਣ ਦਾ ਪ੍ਰਯਾਸ ਨਹੀਂ ਕੀਤਾ ਜਿਹੜਾ ਰੇਂਗਦਾ ਤੁਹਾਡੇ ਦਰਵਾਜ਼ੇ ਦੇ ਅੰਦਰ ਜਾ ਕੇ ਫਿਰ ਕਿਤੇ ਛੁਪ ਕੇ ਬਹਿ ਗਿਆ।
ਇਹ ਗੁੱਗਾ ਨੇ ਨੌਮੀ ਦੇ ਦਿਹਾੜੇ ਦੇ ਦਿਨਾਂ ਦਾ ਪ੍ਰਭਾਵ ਤੁਹਾਡੇ ਤੇ ਸ਼ੁਰੂ ਹੋ ਗਿਆ। ਤੁਸੀਂ ਪੂਜੋ ਸੱਪਾਂ ਨੂੰ, ਤੁਸੀਂ ਆਪਣੇ ਧਨ ਨੂੰ ਬਚਾਓ, ਤੁਸੀਂ ਆਪਣੀ ਸਿਹਤ ਨੂੰ ਬਚਾਓ, ਤੁਸੀਂ ਸ਼ੋਹਰਤ ਨੂੰ ਬਚਾਓ, ਤੁਸੀਂ ਯਸ਼ਮਾਨ ਕੀਰਤੀ ਦੇ ਕਾਰਕ ਬਣੋ, ਤੁਸੀਂ ਆਪਣੇ ਭਾਗਯ ਨੂੰ ਬਚਾਓ, ਤੁਸੀਂ ਆਪਣੀ ਔਲਾਦ ਨੂੰ ਬਚਾਓ, ਤੁਸੀਂ ਪੈਤ੍ਰਿਕ ਸੰਪत्ति ਨੂੰ ਬਚਾਓ। ਤੁਸੀਂ ਇੰਜ ਕਰੋਗੇ, ਜੀਵਨ ਦੇ ਸਾਰ ਸਾਹਮਣੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਤੁਹਾਨੂੰ। ਵਿਸ਼ੇਸ਼ ਕਿਰਪਾ ਦੇ ਕਾਰਕ ਬਣ ਜਾਓਗੇ ਤੁਸੀਂ ਜ਼ਿੰਦਗੀ ਦੇ ਉਹ ਮਾਇਨੇ ਸਮਝ ਲਵੋਗੇ ਜਿਹੜੇ ਤੁਸੀਂ ਵਿਚਾਰੇ ਵੀ ਨਾ ਹੋਣ। ਮੈਂ ਬਾਰ-ਬਾਰ ਇੱਕੋ ਹੀ ਗੱਲ, ਇੱਕੋ ਸੁਨੇਹਾ, ਇੱਕੋ ਯੋਗ, ਇੱਕੋ ਤੱਤਵ, ਇੱਕੋ ਵਿਧੀ, ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਕਾਲ ਸਰਪ ਦੋਸ਼ ਬਣ ਗਿਆ, ਤੁਸੀਂ ਅਸਮਾਨ ਵੱਲ ਵੇਖਿਆ ਹੀ ਨਹੀਂ। ਸਵੇਰੇ ਉੱਠਦੇ ਹੀ ਅਜਿਹੇ ਸੁਨੇਹੇ ਮਿਲਣੇ ਸ਼ੁਰੂ ਹੋ ਗਏ ਜਿਸ ਬਾਰੇ ਤੁਸੀਂ ਵਿਚਾਰਿਆ ਵੀ ਨਹੀਂ ਸੀ। ਕੋਈ ਗੱਲ ਨਹੀਂ, ਜੇ ਉਹ ਸੁਨੇਹੇ ਆਏ, ਤੁਸੀਂ ਇੱਕ ਮਨੁੱਖ ਹੋ, ਦੁੱਖ ਦਰਦ ਹਨੇਰੇ ਤੇ ਸੰਸਾਰਿਕ ਸੁੱਖਾਂ ਦੇ ਸੁਨੇਹੇ ਆਉਂਦੇ ਹੀ ਰਹਿੰਦੇ ਹਨ। ਜਦੋਂ ਤੱਕ ਆਪਣਾ ਜੀਵਨ ਹੈ ਇਹ ਆਉਂਦੇ ਹੀ ਰਹਿਣਗੇ, ਪਰ ਦੁੱਖਾਂ ਦੇ ਸੁਨੇਹਿਆਂ ਨੂੰ ਢਾਲ ਵਾਂਗੂ ਬੈਕ ਰਿਫਲੈਕਟ ਕਰਨ ਦਾ ਪ੍ਰਯਾਸ ਜ਼ਿੰਦਗੀ ਦਾ ਦੂਜਾ ਨਾਂ ਹੈ। ਸਮਝਣ, ਸਵੀਕਾਰਨ ਤੇ ਪੂਜਨੀय ਅਵਸਥਾ ਵਿੱਚ ਜਾਣ ਦੇ ਨਾਲ ਤੁਸੀਂ ਜ਼ਿੰਦਗੀ ਨੂੰ ਸੁਧਾਰ ਸਕਦੇ ਹੋ। ਤੁਹਾਡਾ ਲਾਈਫ ਪਾਰਟਨਰ ਤੁਹਾਡੇ ਖਿਲਾਫ ਬਗਾਵਤ, ਤੁਹਾਡੀ ਕਿਸਮਤ ਦੇ ਉਲਟੇ ਤਾਜ, ਤੁਹਾਡੀ ਔਲਾਦ ਤੁਹਾਡੇ ਖਿਲਾਫ। ਸ਼ਤਰੂ ਤਾਂ ਸਨ ਹੀ, ਪਰ ਤੁਹਾਡੇ ਦੋਸਤ ਵੀ ਸ਼ਤਰੂਆਂ ਦਾ ਚੋਲਾ ਪਹਿਨ ਕੇ ਇੰਜ ਹੋ ਗਏ। ਕਾਰਨ ਕੀ ਹੈ? ਕਾਰਨ ਸਿਰਫ ਸੱਪਾਂ ਦੀ ਪੂਜਾ ਤੁਸੀਂ ਕੀਤੀ ਨਹੀਂ ਹੈ, ਤੇ ਤੁਸੀਂ ਪਿਛਲੇ ਜਨਮ ਦੇ ਵਿੱਚ ਬਹੁਤ ਸੱਪ ਮਾਰੇ, ਤੇ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਉਹ ਕਾਲ ਸਰਪ ਦੋਸ਼ ਸਿਰਜਿਤ ਹੋ ਚੁੱਕਿਆ ਹੈ। ਜ਼ਹਿਰ ਦੇ ਫੁੰਕਾਰੇ ਸਿੱਟ ਰਹੇ ਨਾਗ ਤੁਹਾਡੀ ਜ਼ਿੰਦਗੀ ਵਿੱਚ। ਘਰ ਬੈਠੇ ਵੀ, ਘਰੋਂ ਬਾਹਰ ਜਾਂਦੇ ਵੀ, ਆਲੇ ਦੁਆਲੇ ਵੀ ਯਾਰ ਦੋਸਤ ਨਾਗ ਦਾ ਚੋਲਾ ਪਾਈ ਪਹਿਨੀ ਫਿਰਦੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਤੁਹਾਡੇ ਹੀ ਰਿਸ਼ਤੇਦਾਰ ਤੁਹਾਡੇ ਨਾਲ ਲੰਬੇ ਸਮੇਂ ਵਾਸਤੇ ਰਹਿਣ ਉਪਰੰਤ ਵੀ ਜ਼ਹਿਰ ਦੇ ਤੱਤਵਾਂ ਨੂੰ ਤੁਹਾਨੂੰ ਪਿਲਾਉਂਦੇ ਰਹੇ, ਤੁਸੀਂ ਪੀਂਦੇ ਰਹੇ। ਇੱਕ ਗੱਲ ਮੇਰੀ ਸਮਝਿਓ, ਤੁਸੀਂ ਪੀਂਦੇ ਰਹੇ, ਸਮਝੋ ਤੁਸੀਂ ਈਸ਼ਵਰ ਦੀ ਕਿਰਪਾ ਦੇ ਕਾਰਕ ਹੋ ਗਏ। ਕਿਉਂ? ਉਹ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ। ਤੁਸੀਂ ਉਸ ਕਾਲ ਸਰਪ ਦੋਸ਼ ਤੋਂ ਮੁਕਤ ਹੋ ਗਏ। ਕਾਲ ਸਰਪ ਦੋਸ਼ ਤੋਂ ਮੁਕਤ ਹੋ ਗਏ ਤੁਸੀਂ। ਮੈਂ ਤੁਹਾਨੂੰ ਆਖਣਾ ਕੀ ਚਾਹਾਂਗਾ, ਇੰਨੀ ਦਿਨੀ ਤੁਸੀਂ ਚਾਂਦੀ ਦਾ ਇੱਕ ਸੱਪ ਤੇ ਸੱਪਣੀ ਲੈ ਲਓ। ਰੋਜ਼ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਚੜਾਉਣ ਉਪਰੰਤ, ਉਹਨਾਂ ਨੂੰ ਦੁੱਧ ਨਾਲ ਨਹਿਲਾਉਣ ਉਪਰੰਤ ਫਿਰ ਘਰ ਲੈ ਆਓ। ਇੱਕ ਹਫ਼ਤਾ ਲਗਾਤਾਰ ਕਰਦੇ ਰਹੋ, ਫਿਰ ਉਹਨਾਂ ਨੂੰ ਜਾ ਕੇ ਜਲ ਪ੍ਰਵਾਹ ਕਰ ਆਓ। ਕਹੋ ਤੁਹਾਡੀ ਜਗ੍ਹਾ ਉੱਥੇ ਜਾਓ, ਮੇਰਾ ਖਹਿੜਾ ਛੱਡੋ। ਪ੍ਰਾਰਥਨਾ ਕਰੋ। ਪ੍ਰਾਰਥਨਾ ਕਰਨ ਦੇ ਨਾਲ ਕੀ ਹੋਵੇਗਾ? ਤੁਸੀਂ ਯਸ਼ਮਾਨ ਕੀਰਤੀ ਦੇ ਕਾਰਕ ਬਣ ਜਾਓਗੇ। ਉਸੇ ਦਿਨ ਤੋਂ ਧਨ ਤੁਹਾਡੇ ਬੂਹੇ ਤੇ ਦਸਤਕ ਦੇਵੇਗਾ ਜਿਹੜਾ ਗਿਆ ਹੋਇਆ ਹੈ। ਪੜੋਸੀ ਤੁਹਾਡੇ ਨਾਲ ਪਿਆਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦੇਣਗੇ। ਤੁਹਾਡੇ ਵਿਹੜੇ ਵਿੱਚ ਸੁੱਖ ਸ਼ਾਂਤੀ ਆਨੰਦ ਦੇ ਬਿਗਲ ਵੱਜਣਗੇ। ਤੁਹਾਡੀ ਔਲਾਦ ਤੁਹਾਡੇ ਕਹਿਣੇ ਵਿੱਚ ਆ ਜਾਵੇਗੀ। ਤੁਹਾਡਾ ਰੋਗ ਸ਼ਾਂਤ ਹੋ ਜਾਵੇਗਾ। ਤੁਸੀਂ ਦਵਾਈ ਲੈਣ ਦੀ ਲੋੜ ਹੀ ਨਹੀਂ ਪੈਣੀ। ਤੁਹਾਡਾ ਲਾਈਫ ਪਾਰਟਨਰ, ਮੇਬੀ ਬਿਜ਼ਨਸ ਪਾਰਟਨਰ, ਮੇਬੀ ਕੋਈ ਹੋਰ ਤਰ੍ਹਾਂ ਦਾ ਪਾਰਟਨਰ, ਪਿਆਰ ਦੇ ਗੂੰਜ, ਉਸ ਦੀ ਆਵਾਜ਼, ਉਸ ਦੀ ਸ਼ਹਿਨਾਈ ਵਿੱਚ ਲੈ ਜਾਵੇਗਾ ਤੁਹਾਨੂੰ। ਤੁਹਾਡੀ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ। ਤੁਸੀਂ ਧਰਮ ਦੇ ਪਿਆਲੇ ਪੀ ਸਕੋਗੇ। ਈਸ਼ਵਰ ਦੀ ਬੰਦਗੀ ਤੁਹਾਡਾ ਜੀਵਨ ਦਾ ਰੁੱਖ ਬਣ ਜਾਵੇਗੀ। ਪਰਮ ਸੁਖ ਕਾਰਕ ਹੋ ਜਾਵੋਗੇ।
ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਗੁਰੂ ਗ੍ਰਹਿ ਦੇ ਥੱਲੇ ਜਾਣ ਵਾਲਾ ਹੈ। ਕਿਰਪਾ ਦੀ ਬਰਸਾਤ, ਭਗਵਾਨ ਵਿਸ਼ਨੂੰ ਦੇ ਕਾਰਕ ਸੁਦਰਸ਼ਨ ਚੱਕਰ ਅਧਿਕਾਧਿਕ ਸ਼ਕਤੀਸ਼ਾਲੀ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਪ੍ਰਸੰਗ ਪੈਦਾ ਕਰਨ ਵਾਸਤੇ ਆਏ ਹਨ। ਓਮ ਨਮੋ ਭਗਵਤੇ ਵਾਸੁਦੇਵਾਏ ਨਮः। ਇਸ ਮੰਤਰ ਦਾ ਜਾਪ ਘੋਟ ਲਓ, ਫਿਰ ਪੀ ਜਾਓ। ਸਵੱਛਤਾ ਦੇ ਸੁੱਖ ਮਿਲਣਗੇ, ਥਾਪੜੀਆਂ ਮਿਲਣਗੀਆਂ। ਬਹੁਤ ਕਿਸੇ ਵੱਡੇ ਸੱਜਣ ਦਾ ਆਸ਼ੀਰਵਾਦ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਲਿਆ ਦੇਵੇਗਾ। ਅਜਿਹੀ ਮੇਰੀ ਮੰਗਲ ਕਾਮਨਾ। ਕਿਸੇ ਮਹਾਪੁਰਸ਼ ਨੇ ਕਿਹਾ ਤੂੰ ਸਤਸੰਗ ਕਰਿਆ ਕਰ, ਈਸ਼ਵਰ ਮਿਲ ਜਾਣਗੇ। ਸੱਜਣ ਕਹਿਣ ਲੱਗੇ ਇਹ ਤਾਂ ਮੈਂ ਕਰ ਕਰ ਥੱਕ ਗਿਆ, ਪਰ ਉਹ ਹੈ ਕਿੱਥੇ ਹਨ? ਨਜ਼ਰ ਤਾਂ ਆਏ ਵੀ ਨਹੀਂ ਕਦੇ, ਇਸੇ ਲਈ ਮੇਰਾ ਸਤਸੰਗ ਤੋਂ ਮਨ ਉਖੜ ਗਿਆ। ਉਹ ਕਹਿੰਦੇ ਨਹੀਂ, ਦੁਬਾਰਾ ਜਾ ਸਤਸੰਗ ਦੇ ਵਿੱਚ। ਫਿਰ ਆਪਣੀ ਅੰਦਰਲੀ ਤਾਕਤ ਦੇ ਨਾਲ ਉਸ ਦੇ ਦਰਸ਼ਨ ਕਰਨ ਦਾ ਪ੍ਰਯਾਸ ਕਰ। ਜਿਹੜੇ ਸਤਸੰਗ ਵੇਲੇ ਭਜਨ ਗਾਉਂਦੇ ਗਾਉਂਦੇ ਨੱਚਣ ਲੱਗ ਪੈਂਦੇ, ਉਹਨਾਂ ਦੀ ਸ਼ਕਲ ਵੇਖਿਆ ਕਰ। ਉਸ ਤੇ ਪ੍ਰਭੂਤਵ ਦਾ ਵਾਸ ਹੋ ਜਾਂਦਾ ਹੈ। ਉਹੀ ਤਾਂ ਪ੍ਰਭੂ ਹੁੰਦੇ ਹਨ। ਪਰਮ ਸੁਖਕਾਰਕ ਹੋ ਜਾਵੋਗੇ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣ ਕੋਈ ਸੱਟ ਪੇਟ ਤੋਂ ਡਰਿਓ। ਬ੍ਰਿਖ ਰਾਸ਼ੀ ਦੇ ਸੱਜਣੋਂ ਪੜੋਸ ਪਰੇਸ਼ਾਨ ਕਰ ਸਕਦਾ ਹੈ। ਮਿਥੁਨ ਰਾਸ਼ੀ ਦੇ ਸੱਜਣੋਂ ਪਰਿਵਾਰ ਤੁਹਾਡੇ ਤੇ ਪੈਤਰਿਕ ਸੰਪत्ति ਦਾ ਦਾਅਵਾ ਕਰ ਸਕਦੀ। ਕਰਕ ਰਾਸ਼ੀ ਦੇ ਸੱਜਣਾਂ ਨੂੰ ਉੱਚਤਾ ਦਾ ਸੁਨੇਹਾ ਮਿਲੇਗਾ। ਸਿੰਘ ਰਾਸ਼ੀ ਦੇ ਸੱਜਣ ਜੈ ਜੈਕਾਰ ਦੇ ਨਾਰਿਆਂ ਨਾਲ ਲੱਦੇ ਜਾਣਗੇ। ਕੰਨਿਆ ਰਾਸ਼ੀ ਦੇ ਸੱਜਣਾਂ ਨੂੰ ਹਰ ਪੱਖ ਤੋਂ ਚੰਗੇ ਨਤੀਜੇ। ਤੁਲਾ ਰਾਸ਼ੀ ਦੇ ਸੱਜਣੋਂ ਰਾਹੇ ਜਾਂਦੇ ਜਾਂਦੇ ਬਹੁਤ ਵੱਡਾ ਧੋਖਾ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣ ਹਰ ਪੱਖ ਤੋਂ ਕਿਰਪਾ ਦੇ ਕਾਰਕ ਬਣੋਗੇ। ਧਨੁ ਰਾਸ਼ੀ ਦੇ ਸੱਜਣਾਂ ਨੂੰ ਕਿਸਮਤ ਦੇ ਸਹਾਰੇ ਉੱਚੀ ਉਡਾਰੀ ਮਿਲਣੀ ਹੈ। ਮਕਰ ਰਾਸ਼ੀ ਦੇ ਸੱਜਣੋਂ ਰੋਜ਼ ਜਪਿਆ ਕਰੋ ਮੈਂ ਭਾਗਯਸ਼ਾਲੀ ਹਾਂ, ਭਾਗਯ ਉਦੇ ਹੋ ਜਾਵੇਗਾ। ਅੱਜ ਹੋ ਜਾਣਾ ਤੁਹਾਡਾ। ਮਕਰ ਰਾਸ਼ੀ। ਕੁੰਭ ਰਾਸ਼ੀ ਦੇ ਸੱਜਣਾਂ ਨੂੰ ਸਮਾਜ ਤੋਂ ਸੋਹਣੇ ਸੁਨੇਹੇ। ਤੇ ਮੀਨ ਰਾਸ਼ੀ ਦੇ ਸੱਜਣ ਜ਼ਿਆਦਾ ਇਕੱਠ ਵਿੱਚ ਨਾ ਜਾਇਓ, ਪੀੜਾਂ ਘੇਰ ਸਕਦੀਆਂ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।